नमस्कार दोस्तों, मैं डॉक्टर अश्विनी पल्ला। हाउ टू लिव विद कोरोना ਨਾਲ ਜੀਵਨ ਦੀਆਂ ਸੰਭਾਵਨਾਵਾਂ ਦੀ ਦੂਸਰੀ ਲੜੀ ਦੇ ਵਿੱਚ ਆਪ ਜੀ ਦੇ ਸਨਮੁਖ ਹਾਜ਼ਰ ਹਾਂ। ਦੋਸਤੋ, ਕੱਲ੍ਹ ਇਹ ਵਿਚਾਰ ਲੜੀ ਅਸੀਂ ਆਰੰਭ ਕੀਤੀ ਸੀ ਤਾਂ ਕਿ ਚਰਚਾ ਕੀਤੀ ਜਾ ਸਕੇ, ਕਿਉਂਕਿ ਲਾਕਡਾਊਨ ਹੁਣ ਮੁੱਕਣ ਵਾਲਾ ਹੈ। ਸਰਕਾਰਾਂ ਲੰਬੇ ਸਮੇਂ ਤੱਕ ਲਾਕਡਾਊਨ ਨਹੀਂ ਚਲਾ ਸਕਦੀਆਂ। ਆਖਰ ਸਾਨੂੰ ਕੰਮਕਾਜ ਤੇ ਆਉਣਾ ਹੀ ਪੈਣਾ ਹੈ। ਸਾਰੇ ਕਾਰ ਵਿਹਾਰ ਸ਼ੁਰੂ ਕਰਨੇ ਹੀ ਪੈਣੇ ਨੇ। ਇਸ ਲਈ ਜੀਵਨ ਦੀਆਂ ਸੰਭਾਵਨਾਵਾਂ ਕਰੋਨਾ ਦੇ ਨਾਲ ਕਿਵੇਂ ਸੰਭਵ ਹੋ ਸਕਦੀਆਂ ਨੇ, ਇਸ ਤੇ ਵਿਚਾਰ ਚਰਚਾ ਅਸੀਂ ਕੱਲ ਆਰੰਭ ਕੀਤੀ ਸੀ। ਬਹੁਤ ਸਾਰੇ ਦੋਸਤਾਂ ਨੇ ਪਹਿਲੇ ਅੰਕ ਦੇ ਜਵਾਬ ਵਜੋਂ ਪ੍ਰਤੀਕਿਰਿਆਵਾਂ ਫੇਸਬੁੱਕ ਰਾਹੀਂ, ਵਟਸਐਪ ਰਾਹੀਂ ਅਤੇ ਹੋਰ ਸੋਸ਼ਲ ਮੀਡੀਆ ਦੇ ਮਾਧਿਅਮਾਂ ਰਾਹੀਂ ਮੇਰੇ ਤੱਕ ਪਹੁੰਚਾਈਆਂ। ਅੱਜ ਇਸ ਲੜੀ ਨੂੰ ਅਸੀਂ ਅੱਗੇ ਤੋਰਾਂਗੇ ਕਿ ਜੀਵਨ ਦੀਆਂ ਸੰਭਾਵਨਾਵਾਂ ਕਰੋਨਾ ਨਾਲ ਕਿਵੇਂ ਹੋ ਸਕਦੀਆਂ ਹਨ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਆਪਣੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਇਹ ਪ੍ਰਤੀਕਿਰਿਆਵਾਂ ਮੇਰੇ ਤੱਕ ਭੇਜੀਆਂ ਤੇ ਵਿਚਾਰ ਲੜੀ ਨੂੰ ਅੱਗੇ ਤੋਰਨ ਵਿੱਚ ਮੇਰੀ ਮਦਦ ਕੀਤੀ। ਪਹਿਲੀ ਜੋ ਪ੍ਰਤੀਕਿਰਿਆ ਮੈਨੂੰ ਪ੍ਰਾਪਤ ਹੋਈ ਹੈ ਉਹ ਪੂਜਾ ਚੇਤਲੀ ਖਾਲਸਾ ਕਾਲਜ ਫॉर ਵੂਮਨ ਦੇ ਵਿੱਚ ਪ੍ਰਾਧਿਆਪਕਾ ਹਨ। ਉਹਨਾਂ ਨੇ ਇੱਕ ਖਦਸ਼ਾ ਪੈਦਾ ਕੀਤਾ ਹੈ ਕਿ ਕੱਲ ਮੈਂ ਗੱਲ ਕੀਤੀ ਸੀ ਕਿ ਸਵੈ ਸਮਾਜਿਕ ਦੂਰੀ ਸਾਨੂੰ ਪੈਦਾ ਕਰਨੀ ਪਵੇਗੀ, ਸਵੈ ਸੋਸ਼ਲ ਡਿਸਟੈਂਸਿੰਗ ਦੀ ਗੱਲ ਆਰੰਭੀ ਸੀ। ਉਹਨਾਂ ਦਾ ਇਹ ਖਦਸ਼ਾ ਹੈ ਕਿ ਵਿਦਿਅਕ ਅਦਾਰਿਆਂ ਅੰਦਰ ਸਮਾਜਿਕ ਦੂਰੀ ਕਿਵੇਂ ਕੰਮ ਕਰੇਗੀ, ਕਿਉਂਕਿ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਬੈਠਦੇ ਹਨ। ਮੈਂ ਧੰਨਵਾਦੀ ਹਾਂ ਪੂਜਾ ਵਾਸਤੇ ਕਿ ਜਿਸ ਨੇ ਬਹੁਤ ਹੀ ਇੱਕ ਅਹਿਮ ਸਵਾਲ ਸਾਡੇ ਸਾਹਮਣੇ ਪੈਦਾ ਕੀਤਾ, ਕਿਉਂਕਿ ਸਿੱਖਿਆ ਸਾਡੀ ਮੁੱਢਲੀ ਪ੍ਰਾਥਮਿਕਤਾ ਹੈ ਜਿਸ ਤੋਂ ਬਿਨਾਂ ਅਸੀਂ ਨਹੀਂ ਚੱਲ ਸਕਦੇ। ਇੱਕ ਬਹੁਤ ਵੱਡਾ ਚੈਲੰਜ ਸਾਡੇ ਵਿਦਿਅਕ ਅਦਾਰਿਆਂ ਵਾਸਤੇ ਇਹ ਹੋਵੇਗਾ ਔਰ ਇਸ ਚੈਲੰਜ ਤੇ ਵਿਚਾਰ ਕਰਨ ਵਾਸਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਮਨੁੱਖੀ ਵਸੀਲਿਆਂ ਦਾ ਜਿਹੜਾ ਮੰਤਰਾਲਾ ਹੈ, ਬਹੁਤ ਲੰਬੀ ਵਾਰਤਾ ਇਹਦੇ ਤੇ ਚੱਲ ਰਹੀ ਹੈ ਔਰ ਇੱਕ ਪੈਨਲ ਇਹਦੇ ਤੇ ਕੰਮ ਕਰ ਰਿਹਾ ਹੈ। ਪੈਨਲ ਦੀਆਂ ਜਿਹੜੀਆਂ ਮੁੱਢਲੀਆਂ ਸਾਡੇ ਕੋਲ ਸਿਫਾਰਿਸ਼ਾਂ ਆਈਆਂ ਨੇ ਉਹਦੇ ਅਨੁਸਾਰ ਸ਼ਾਇਦ ਜਿਹੜਾ ਚੱਲ ਰਿਹਾ ਹੈ ਅਕੈਡਮਿਕ ਸੈਸ਼ਨ ਹੈ ਉਸ ਨੂੰ ਲੇਟ ਕੀਤਾ ਜਾਵੇ 2 ਜਾਂ 3 ਮਹੀਨੇ ਵਾਸਤੇ। ਪ੍ਰੀਖਿਆਵਾਂ ਆਯੋਜਿਤ ਹੋਣਗੀਆਂ, ਉਸ ਤੋਂ ਬਾਅਦ ਅਕਾਦਮਿਕ ਸੈਸ਼ਨ ਜਿਹੜਾ ਉਹ ਆਰੰਭ ਹੋਏਗਾ। ਪਰ ਇਹ ਕੋਈ ਹੱਲ ਨਹੀਂ ਹੈ, ਕਿਉਂਕਿ ਹੋ ਸਕਦਾ ਹੈ ਕਿ ਇਹ ਸੋਸ਼ਲ ਦੂਰੀ, ਸਮਾਜਿਕ ਦੂਰੀ ਜਿਹੜੀ ਹੈ ਉਹ ਸਾਨੂੰ ਲੰਬੇ ਸਮੇਂ ਤੱਕ ਚਲਾਉਣੀ ਪਵੇ, ਲੇਕਿਨ ਵਿਦਿਅਕ ਅਦਾਰਿਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਰੱਖਿਆ ਜਾ ਸਕਦਾ। ਅਧਿਆਪਕਾਂ ਵਾਸਤੇ ਇੱਕ ਸਮਰਪਣ ਦੀ ਲੋੜ ਹੋਵੇਗੀ। ਸਾਡੇ ਅਧਿਆਪਕਾਂ ਵਾਸਤੇ, ਵਿਦਿਅਕ ਪ੍ਰਬੰਧਕਾਂ ਵਾਸਤੇ ਇੱਕ ਵੱਡਾ ਚੈਲੰਜ ਹੋਵੇਗਾ ਕਿ ਇਸ ਨੂੰ ਕਿਵੇਂ ਕੋਪ ਅਪ ਕੀਤਾ ਜਾ ਸਕਦਾ ਹੈ। ਇੱਕ ਵਿਚਾਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਾਲਜਾਂ, ਯੂਨੀਵਰਸਿਟੀਆਂ ਤੇ ਸਕੂਲਾਂ ਨੂੰ 3-3 ਸੈਸ਼ਨਸ ਦੇ ਵਿੱਚ ਚਲਾਇਆ ਜਾਏ। ਹਰ ਰੋਜ਼ 3 ਜਿਹੜੀਆਂ ਸ਼ਿਫਟ ਨੇ ਉਹ ਚਲਾਈਆਂ ਜਾਣ, ਜਿਹਦੇ ਵਿੱਚ ਬਹੁਤ ਘੱਟ ਯਾਨੀ 15 ਤੋਂ 20 ਵਿਦਿਆਰਥੀਆਂ ਨੂੰ ਬੁਲਾਇਆ ਜਾਵੇ ਔਰ ਅਧਿਆਪਕਾਂ ਦੀ ਜੇ ਕਮੀ ਹੁੰਦੀ ਹੈ ਤਾਂ ਸਿੱਖਿਆ ਮਿੱਤਰਾਂ ਦੀ ਸਹਾਇਤਾ ਲਈ ਜਾ ਸਕਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸ਼ਿਫਟਾਂ ਦੇ ਵਿੱਚ ਪੜ੍ਹਾ ਕੇ ਸਮਾਜਿਕ ਦੂਰੀ ਇੱਕ ਕਲਾਸ ਦੇ ਵਿੱਚ 15 ਤੋਂ 20 ਵਿਦਿਆਰਥੀ ਬੁਲਾ ਕੇ ਹੀ ਪੂਰੀ ਕੀਤੀ ਜਾ ਸਕੇ। ਦੂਸਰਾ ਹੱਲ ਇਹ ਹੋ ਸਕਦਾ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਅਲਟਰਨੇਟਿਵਲੀ 3-3 ਸ਼ਿਫਟਾਂ ਦੇ ਵਿੱਚ ਵੰਡ ਕੇ ਹਰ ਰੋਜ਼ 15 ਤੋਂ 20 ਵਿਦਿਆਰਥੀ ਇੱਕ ਕਲਾਸ ਦੇ ਹੀ ਬੁਲਾਈਏ। ਬਾਕੀ ਉਹਨਾਂ ਦੇ ਨਾਲ ਆਨਲਾਈਨ ਸਿੱਖਿਆ ਦੇ ਰਾਹੀਂ ਅਸੀਂ ਉਹ ਜਿਹੜਾ ਕੋਰਸ ਹੈ ਉਹ ਪੂਰਾ ਕਰਵਾਈਏ। ਵਿਦਿਆਰਥੀਆਂ ਨੂੰ ਸਿਰਫ ਪ੍ਰੋਬਲਮ ਸੋਲਵਿੰਗ ਵਾਸਤੇ ਕਾਲਜਸ ਦੇ ਵਿੱਚ ਜਿੰਨਾ ਚਿਰ ਇਹ ਸਮੱਸਿਆ ਹੱਲ ਨਹੀਂ ਹੁੰਦੀ ਬੁਲਾਇਆ ਜਾਵੇ, ਲੇਕਿਨ ਵਿਦਿਅਕ ਅਦਾਰਿਆਂ ਨੂੰ ਲੰਬੇ ਸਮੇਂ ਤੱਕ ਬੰਦ ਨਹੀਂ ਕੀਤਾ ਜਾ ਸਕਦਾ। ਸੋ ਵਿਦਿਆਰਥੀਆਂ ਲਈ, ਅਧਿਆਪਕਾਂ ਲਈ, ਉਹਨਾਂ ਦੇ ਪੇਰੈਂਟਸ ਲਈ, ਵਿਦਿਅਕ ਪ੍ਰਸ਼ਾਸਕਾਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ ਜਿਸ ਨੂੰ ਅਸੀਂ ਸਾਰੇ ਮਿਲ ਕੇ ਚਲਾਵਾਂਗੇ। ਕੋਈ ਚੀਜ਼ ਅਸੰਭਵ ਨਹੀਂ ਹੈ। ਇੱਕ ਮੇਰੇ ਬਹੁਤ ਹੀ ਪਿਆਰੇ ਦੋਸਤ ਸੁਰੇਸ਼ ਸਿੰਗਲਾ ਜੀ ਜੋ ਕਿ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਨੇ, ਉਹਨਾਂ ਨੇ ਬਹੁਤ ਖੂਬਸੂਰਤ ਗੱਲ ਕਹੀ। ਉਹਨਾਂ ਨੇ ਕਿਹਾ ਕਿ ਲਾਈਫ ਇਜ਼ ਹਾਰਡ ਬਟ ਨਾਟ ਇੰਪੋਸੀਬਲ। ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈ। ਸਮਾਜਿਕ ਦੂਰੀ ਅਸੀਂ ਪੈਦਾ ਕਰਨੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਨਾ ਆਉਣ ਤਾਂ ਕਿ ਇਹ ਵਾਇਰਸ ਹੋਰ ਨਾ ਫੈਲੇ, ਲੇਕਿਨ ਇਹ ਵਾਇਰਸ ਸਾਨੂੰ ਪੜ੍ਹਨ ਤੋਂ ਨਹੀਂ ਰੋਕਦਾ। ਸਾਨੂੰ ਵਿੱਦਿਆ ਦੇ ਹੋਰ ਵਸੀਲੇ ਲੱਭਣੇ ਪੈਣਗੇ, ਹੋਰ ਢੰਗ ਤਰੀਕੇ ਲੱਭਣੇ ਪੈਣਗੇ। ਜਿਸ ਤਰ੍ਹਾਂ ਇਹ ਅੱਗੇ ਵਿਚਾਰ ਚਰਚਾ ਚੱਲਦੀ ਰਹੇਗੀ, ਤੁਹਾਡੇ ਬਹੁਤ ਸਾਰੇ ਵਿਚਾਰ ਮੇਰੇ ਤੱਕ ਪਹੁੰਚਣਗੇ ਔਰ ਉਹਨਾਂ ਵਿਚਾਰਾਂ ਨੂੰ ਮੈਂ ਤੁਹਾਡੇ ਰੈਫਰੈਂਸ ਦੇ ਨਾਲ ਅੱਗੇ ਪਹੁੰਚਾਵਾਂਗਾ। ਦੂਸਰੀ ਇੱਕ ਬਹੁਤ ਹੀ ਮਹੱਤਵਪੂਰਨ ਸੁਝਾਅ ਵੀ ਹੈ ਔਰ ਇੱਕ ਸੁਨੇਹਾ ਵੀ ਹੈ ਮੈਨੂੰ ਪ੍ਰੋਫੈਸਰ ਮਹਿੰਦਰ ਕੌਰ ਗਰੇਵਾਲ ਜੋ ਕਿ ਸਾਬਕਾ ਪ੍ਰਿੰਸੀਪਲ ਵੀ ਰਹੇ ਨੇ ਗਵਰਨਮੈਂਟ ਕਾਲਜ ਫॉर ਗਰਲਸ ਦੇ। ਉਹਨਾਂ ਨੇ ਆਪਣੇ ਬੇਟੇ ਦਾ ਇੱਕ ਲੇਖ ਮੈਨੂੰ ਭੇਜਿਆ ਜਿਹੜਾ ਕਿ ਫਾਰਮਰਸ ਦੀ ਸਮੱਸਿਆ ਦੇ ਨਾਲ ਜੁੜਦਾ ਹੈ। ਉਸ ਵਿੱਚ ਉਹਨਾਂ ਨੇ ਵਿਅਕਤ ਕੀਤਾ ਹੈ ਕਿ ਇਸ ਵੇਲੇ ਅਬੰਡੈਂਸ ਦੇ ਵਿੱਚ ਫਾਰਮਰਸ ਦੇ ਜਿਹੜੇ ਫਰੂਟਸ ਨੇ ਜਾਂ ਵੈਜੀਟੇਬਲਸ ਉਹ ਪ੍ਰੋਡਿਊਸ ਕਰ ਰਹੇ ਨੇ ਜਾਂ ਉਹਨਾਂ ਦੀਆਂ ਫਸਲਾਂ ਹੈ
ਉਹਨਾਂ ਨੂੰ ਮੰਡੀਆਂ ਤੱਕ ਨਹੀਂ ਪਹੁੰਚਾਇਆ ਜਾ ਸਕਦਾ ਸਿੱਧੇ, ਕਿਉਂਕਿ ਹੋਲਸੇਲਰਸ ਦੇ ਰਾਹੀਂ ਉਹ ਪਹੁੰਚਾਇਆ ਜਾਂਦਾ ਸੀ। ਉਹ ਮਾਧਿਅਮ ਜਿਹੜਾ ਹੈ ਉਹ ਸਪਸ਼ਟ ਨਹੀਂ ਹੋ ਸਕਿਆ ਔਰ ਉਹ ਦੂਰੀਆਂ ਜਿਹੜੀਆਂ ਵੱਧ ਗਈਆਂ ਨੇ। ਸੋ ਇਸ ਵੇਲੇ ਫਾਰਮਰਸ ਕੀ ਕਰੇ, ਔਰ ਬਹੁਤ ਵਧੀਆ ਉਹਨਾਂ ਨੇ ਸੁਝਾਅ ਦਿੱਤਾ ਕਿ ਹੁਣ ਫਾਰਮ ਟੂ ਟੇਬਲ ਤੱਕ ਦੀ ਪ੍ਰਕਿਰਤੀ ਜਿਹੜੀ ਉਹ ਸਾਨੂੰ ਪ੍ਰਵਿਰਤੀ ਅਪਣਾਉਣੀ ਪਵੇਗੀ, ਤਾਂ ਕਿ ਅਸੀਂ ਜਿਹੜਾ ਫਾਰਮਰ ਹੈ ਉਹ ਵੀ ਕੁਝ ਇਸ ਤਰ੍ਹਾਂ ਦੀਆਂ ਸਟ੍ਰੈਟਜੀਜ਼ ਡਿਵੈਲਪ ਕਰੇ ਤਾਂ ਕਿ ਸਿੱਧਾ ਲੋਕਾਂ ਤੱਕ ਪਹੁੰਚਿਆ ਜਾ ਸਕੇ ਔਰ ਆਪਣੀ ਫਸਲ ਨੂੰ, ਆਪਣੇ ਫਰੂਟਸ ਨੂੰ, ਆਪਣੇ ਵੈਜੀਟੇਬਲਸ ਨੂੰ ਜਾਂ ਜੋ ਵੀ ਉਹ ਪ੍ਰੋਡਿਊਸ ਕਰਦੇ ਆ ਉਹ ਉੱਥੋਂ ਤੱਕ ਪਹੁੰਚਾਇਆ ਜਾ ਸਕੇ। ਕਿਉਂਕਿ ਹੁਣ ਜਿਹੜੀ ਗੱਲ ਹੈ ਉਹ ਕਮਿਊਨਿਟੀਜ਼, ਲੋਕਲੀ ਸਸਟੇਨਡ ਕਮਿਊਨਿਟੀਜ਼ ਦੀ ਗੱਲ ਕਰਨੀ ਪਏਗੀ ਸਾਨੂੰ, ਔਰ ਲੋਕਲ ਇਕਨੋਮਿਕਸ ਦੀ ਗੱਲ ਕਰਨੀ ਪਏਗੀ। ਹੁਣ ਥੋੜਾ ਜਿਹਾ ਸਮਾਂ, ਕਿਉਂਕਿ ਇਹ ਪੈਰਿਸ਼ੇਬਲ ਗੁੱਡਸ ਨੇ, ਫਸਲਾਂ ਜਾਂ ਵੈਜੀਟੇਬਲ ਫਰੂਟਸ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ। ਸੋ ਇਸ ਲਈ ਸਾਨੂੰ ਲੋਕਲੀ ਸਸਟੇਨਡ ਕਮਿਊਨਿਟੀਜ਼ ਐਂਡ ਇਕਨੋਮਿਕਸ ਦੀ ਗੱਲ ਕਰਨੀ ਪਏਗੀ ਔਰ ਸਟ੍ਰੈਟਜੀਜ਼ ਡਿਵੈਲਪ ਕਰਨੀਆਂ ਪੈਣਗੀਆਂ ਕਿ ਹਾਊ ਡੂ ਵੀ ਕਨੈਕਟ ਫਾਰਮਰਸ ਐਂਡ ਨੀਡੀ, ਜਿਨ੍ਹਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਉਹਨਾਂ ਤੱਕ ਕਿਵੇਂ ਸਿੱਧੇ ਫਾਰਮਰ ਪਹੁੰਚ ਸਕਦਾ ਹੈ। ਸਾਡੇ ਬਹੁਤ ਸਾਰੇ ਕਿਸਾਨਾਂ ਦੇ ਬੇਟੇ ਬੇਟੀਆਂ ਪੜ੍ਹੇ ਲਿਖੇ ਨੇ, ਬੜੇ ਸੂਝਵਾਨ ਵਿਅਕਤੀ ਨੇ। ਹੁਣ ਉਹਨਾਂ ਨੂੰ ਬੈਠ ਕੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਚਾਰ ਕਰਨਾ ਪਏਗਾ। ਸਾਡੇ ਵਰਗੇ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਮਾਹਰ ਬੈਠੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਵਿਚਾਰ ਕਰਨਾ ਪਏਗਾ ਕਿ ਅਸੀਂ ਉਹਨਾਂ ਨੂੰ ਕਿਸ ਤਰੀਕੇ ਦੀਆਂ ਸਟ੍ਰੈਟਜੀਜ਼ ਡਿਵੈਲਪ ਕਰਕੇ ਦਿੰਦੇ ਹਾਂ। ਦੂਸਰਾ, ਮੇਰੇ ਇੱਕ ਬਹੁਤ ਹੀ ਦੋਸਤ ਪ੍ਰੋਫੈਸਰ ਨੇ ਮੇਰੇ ਹੀ ਕਾਲਜ ਦੇ ਵਿੱਚ, ਸਤੀਸ਼ ਚੰਦਰ ਤਬਨ ਸਰਕਾਰੀ ਕਾਲਜ ਲੁਧਿਆਣਾ ਦੇ ਵਿੱਚ, ਪ੍ਰੋਫੈਸਰ ਅਵਨੀਤ ਸਿੰਘ, ਉਹਨਾਂ ਨੇ ਕਿਹਾ ਕਿ ਜਿਹੜੀ ਕਰੋਨਾ ਵਾਇਰਸ ਹੈ ਉਹ ਉਸ ਬਿਮਾਰੀ ਨੂੰ ਦੂਰ ਕਰਨ ਵਾਸਤੇ ਪਲਾਜ਼ਮਾ ਤਕਨੀਕ ਦੀ ਜਿਹੜੀ ਖੋਜ ਹੋ ਰਹੀ ਹੈ ਔਰ ਬਹੁਤ ਸਾਰੇ ਜਿਹੜੇ ਮਰੀਜ਼ ਨੇ ਉਹਦੇ ਨਾਲ ਠੀਕ ਵੀ ਹੋ ਰਹੇ ਨੇ। ਔਰ ਇਸ ਟੈਕਨੀਕਸ ਦੇ ਵਿੱਚ ਕੀ ਕੀਤਾ ਜਾਏਗਾ ਕਿ ਜਿਹੜੇ ਠੀਕ ਹੋ ਚੁੱਕੇ ਮਰੀਜ਼ ਨੇ, ਕਿਉਂਕਿ ਉਹਨਾਂ ਦੇ ਵਿੱਚ ਇਮਿਊਨਿਟੀ ਜਿਹੜੀ ਹੈ ਉਹ ਵੱਧ ਚੁੱਕੀ ਹੈ, ਉਹ ਇਸ ਬਿਮਾਰੀ ਨੂੰ ਨਾਲ ਲੜਨ ਦੇ ਸਸ਼ਕਤ ਹੋ ਚੁੱਕੇ ਨੇ। ਸੋ ਉਸ ਸਸ਼ਕਤ ਜਿਹੜੀ ਮਰੀਜ਼ ਨੇ ਉਹਨਾਂ ਦਾ ਖੂਨ ਦਾ ਪਲਾਜ਼ਮਾ ਲੈ ਕੇ ਉਹਦੇ ਵਿੱਚੋਂ ਜਿਹੜੇ ਐਂਟੀ ਬਾਡੀਜ਼ ਨੇ ਉਹਨਾਂ ਨੂੰ ਲੈ ਕੇ ਪੀੜਿਤ ਮਰੀਜ਼ਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਉਹਨਾਂ ਦੀ ਜਿਹੜੀ ਰੋਗ ਨਾਲ ਲੜਨ ਦੀ ਅਵਰੋਧਕ ਸ਼ਕਤੀ ਹੈ ਉਹ ਵੱਧ ਸਕੇ। ਸੋ ਗੱਲ ਦੋਸਤੋ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਸਾਨੂੰ ਸਾਡਾ ਇਮਿਊਨ ਸਿਸਟਮ ਜਿਹੜਾ ਹੈ ਉਹ ਡਿਵੈਲਪ ਕਰਨਾ ਪਏਗਾ, ਉਹਨੂੰ ਸਟਰੋਂਗ ਕਰਨਾ ਪਏਗਾ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਜਿਹੜੇ ਗਰੀਬ ਘਰਾਂ ਦੇ ਲੋਕ ਨੇ ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਵੀ ਪੂਰੀ ਤਰ੍ਹਾਂ ਨਸੀਬ ਨਹੀਂ ਹੁੰਦੀ, ਉਹਨਾਂ ਦਾ ਇਮਿਊਨ ਸਿਸਟਮ ਬੜਾ ਸਟਰੋਂਗ ਹੈ ਔਰ ਛੇਤੀ ਤਰੀਕੇ ਉਹਨਾਂ ਨੂੰ ਉਹ ਬਿਮਾਰੀ ਕੋਈ ਵੀ ਫੜਦੀ ਨਹੀਂ ਹੈ। ਸੋ ਇਸ ਪਾਸੇ ਵੀ ਸੋਚਣਾ ਪਏਗਾ ਕਿ ਜਿਹੜੇ ਅਸੀਂ ਅਮੀਰ ਘਰਾਂ ਦੇ ਲੋਕ ਆ, ਮੱਧਮ ਵਰਗ ਦੇ ਲੋਕ ਆ, ਉਹ ਬਹੁਤ ਜਲਦੀ ਕਿਉਂ ਬਿਮਾਰ ਹੋ ਜਾਂਦੇ ਆ, ਕਿਉਂਕਿ ਸਾਡਾ ਇਮਿਊਨ ਸਿਸਟਮ ਜਿਹੜਾ ਹੈ ਉਹ ਬਹੁਤ ਖਰਾਬ ਹੋ ਚੁੱਕਾ ਹੈ। ਅਸੀਂ ਬਹੁਤ ਜਲਦੀ ਵਾਇਰਸ ਦੀ ਪਕੜ ਦੇ ਵਿੱਚ ਆਉਂਦੇ ਆ। ਸੋ ਸਾਨੂੰ ਨੈਚੁਰਲ ਇਮਿਊਨ ਸਿਸਟਮ ਨੂੰ ਸਸ਼ਕਤ ਕਰਨ ਦੀ ਲੋੜ ਹੈ, ਜਿਹਦੇ ਵਿੱਚ ਸਾਨੂੰ ਆਪਣੇ ਖਾਣ ਪਾਣ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਸਾਡਾ ਲਾਈਫ ਸਟਾਈਲ ਸਾਨੂੰ ਬਦਲਣਾ ਪਏਗਾ। ਸਾਡਾ ਜਿਹੜਾ ਸੌਣ ਦਾ ਤਰੀਕਾ ਹੈ, ਬਹੁਤ ਘੱਟ ਨੀਂਦ ਅਸੀਂ ਲੈਂਦੇ ਹਾਂ, ਜ਼ਿਆਦਾਤਰ ਅਸੀਂ ਕੰਮ ਹੀ ਕਰਦੇ ਰਹਿੰਦੇ ਹਾਂ। ਸੋ ਸਾਡਾ ਇਹ ਇੱਕ ਬਹੁਤ ਵਧੀਆ ਫੈਕਟ ਹੈ ਕਿ ਸਲੀਪ ਐਂਡ ਇਮਿਊਨਿਟੀ ਆਰ ਕਲੋਜ਼ਲੀ ਟਾਈਡ। ਸੋ ਸਾਨੂੰ ਹੈਲਦੀ ਫੈਟਸ ਲੈਣੇ ਚਾਹੀਦੇ ਆ ਔਰ ਜਿਹੜੀਆਂ ਐਡਡ ਸ਼ੂਗਰਸ ਨੇ ਉਹਨਾਂ ਦੇ ਉੱਤੇ ਸਾਨੂੰ ਰੋਕ ਲਗਾਉਣੀ ਪਏਗੀ, ਸੀਮਿਤ ਕਰਨਾ ਪਏਗਾ ਇਹਨਾਂ ਨੂੰ। ਇਸੇ ਤਰ੍ਹਾਂ ਸਾਨੂੰ ਮੋਡਰੇਟ ਐਕਸਰਸਾਈਜ਼ ਦੇ ਰਾਹੀਂ ਜਾਂ ਹਾਈਡਰੇਟਡ ਰਹਿ ਕੇ, ਸਟੇ ਹਾਈਡਰੇਟਡ ਹਮੇਸ਼ਾ ਰਹਿ ਕੇ ਅਸੀਂ ਆਪਣੀ ਇਸ ਜਿਹੜੀ ਇਮਿਊਨ ਸਿਸਟਮ ਹੈ ਉਹਨੂੰ ਡਿਵੈਲਪ ਕਰਨਾ ਹੈ। ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਦੋਸਤੋ, ਹਰ ਚੀਜ਼ ਸੰਭਵ ਹੈ ਜੇਕਰ ਅਸੀਂ ਲੜਾਈ ਲੜਨੀ ਚਾਹੁੰਦੇ ਹਾਂ ਤੇ ਆਪਣੀ ਸਿਹਤ ਦਾ ਤਾਂ ਅਸੀਂ ਖਿਆਲ ਕਰ ਹੀ ਸਕਦੇ ਹਾਂ, ਆਪਣੇ ਇਮਿਊਨ ਸਿਸਟਮ ਨੂੰ ਅਸੀਂ ਜ਼ਿਆਦਾ ਡਿਵੈਲਪ ਕਰੀਏ। ਸੋ ਮੇਰੇ ਹੀ ਕਾਲਜ ਦੇ ਇੱਕ ਪ੍ਰੋਫੈਸਰ ਅਮਿਤਾ ਰੌਲੀ ਜੀ ਨੇ, ਉਹਨਾਂ ਨੇ ਬਹੁਤ ਖੂਬਸੂਰਤ ਗੱਲ ਕਹੀ ਕਿ ਜਦ ਤੱਕ ਸੈਲਫ ਅਵੇਅਰਨੈਸ ਨਹੀਂ ਹੈ ਤਦ ਤੱਕ ਕਿਸੇ ਵੀ ਬਿਮਾਰੀ ਨਾਲ ਨਹੀਂ ਲੜਿਆ ਜਾ ਸਕਦਾ। ਔਰ ਹਾਲੇ ਤੱਕ ਜੋ ਵਿਵਹਾਰ ਅਸੀਂ ਕਰਦੇ ਆ ਰਹੇ ਹਾਂ ਇਸ ਲੌਕਆਊਟ ਪੀਰੀਅਡ ਦੇ ਦੌਰਾਨ ਜਾਂ ਕਰਫਿਊ ਦੇ ਦੌਰਾਨ, ਬੇਹੱਦ ਕਿਹਾ ਗਿਆ ਸਰਕਾਰਾਂ ਦੇ ਵੱਲੋਂ ਕਿ ਥੋੜਾ ਦੂਰੀ ਰੱਖੋ, ਬਾਜ਼ਾਰਾਂ ਦੇ ਵਿੱਚ ਨਾ ਆਓ, ਆਪਣੇ ਆਪ ਨੂੰ ਸੋਸ਼ਲ ਡਿਸਟੈਂਸ ਜਿਹੜਾ ਉਹ ਮੇਨਟੇਨ ਕਰੋ। ਲੇਕਿਨ ਹਾਲੇ ਵੀ ਸਾਡੀ ਜਿਹੜੀ ਪ੍ਰਵਿਰਤੀ ਹੈ ਉਹ ਦੌੜਨ ਦੀ ਪ੍ਰਵਿਰਤੀ ਹੈ ਕਿ ਜਰਾ ਲਾਕਡਾਊਨ ਖੋਲ੍ਹਣ ਦੀ ਕੋਈ ਗੱਲ ਕਰਦਾ ਹੈ ਫਟਾਫਟ ਅਸੀਂ ਦੌੜਦੇ ਹਾਂ। ਸੋ ਇਸ ਸੈਲਫ ਅਵੇਅਰਨੈਸ ਨੂੰ ਸਾਨੂੰ ਵਧਾਉਣਾ ਪਏਗਾ। ਮੇਰੀ ਵੱਡੀ ਭੈਣ ਜੋ ਕਿ ਇੱਕ ਬਹੁਤ ਵੱਡੀ ਵਿਚਾਰਕ ਵੀ ਹੈ, ਪ੍ਰੋਫੈਸਰ ਹਰਜਾਪ ਕੌਰ ਖੱਟੜਾ, ਜੋ ਕਿ ਮੁਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ ਲੁਧਿਆਣਾ ਤੋਂ ਹੁਣੇ ਰਿਟਾਇਰ ਹੋਏ ਨੇ, ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ, ਕਿਉਂਕਿ ਲੋਕ ਸਮਝਦਾਰ ਨਹੀਂ ਹੈ, ਲੋਕਾਂ ਨੇ ਸਮਝਣਾ ਨਹੀਂ ਹੈ, ਲੋਕ ਦੌੜਨਗੇ ਬਾਜ਼ਾਰਾਂ ਵੱਲ ਨੂੰ। ਸੋ ਇਸ ਕਰਕੇ ਲਾਕਡਾਊਨ ਹਾਲੇ ਜਾਰੀ ਰਹਿਣਾ ਚਾਹੀਦਾ। ਸੋ ਭੈਣ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਲੇਕਿਨ ਸਾਡਾ ਇਸ ਵੇਲੇ ਫਰਜ਼ ਜੋ ਬਣਦਾ ਹੈ ਉਹ ਲੋਕਾਂ ਨੂੰ ਸਮਝਾਉਣ ਦਾ ਹੈ ਕਿ ਲਾਕਡਾਊਨ ਲੰਬੇ ਸਮੇਂ ਤੱਕ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਜੇ ਲਾਕਡਾਊਨ ਬੰਦ ਰਹੇਗਾ ਤੇ ਲੋਕਾਂ ਦੇ ਰੁਜ਼ਗਾਰ ਖਤਮ ਹੋ ਜਾਣਗੇ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਕਿ ਮੰਗ ਕੇ ਰੋਟੀ ਖਾ ਰਹੇ ਨੇ, ਗੁਰਦੁਆਰਿਆਂ ਦੇ ਉੱਤੇ ਨਿਰਭਰ ਨੇ,
ਸਮਾਜਿਕ ਸੰਸਥਾਵਾਂ ਦੇ ਉੱਤੇ ਨਿਰਭਰ ਨੇ, ਲੇਕਿਨ ਉਹਨਾਂ ਨੂੰ ਉਹ ਚੰਗਾ ਨਹੀਂ ਲੱਗ ਰਿਹਾ। ਸੋ ਇਸ ਲਈ ਸਾਨੂੰ ਕੁਝ ਇਹੋ ਜਿਹੇ ਸੈਲਫ ਅਵੇਅਰਨੈਸ ਪ੍ਰੋਗਰਾਮ ਚਲਾਉਣੇ ਪੈਣਗੇ। ਤੁਹਾਡੇ ਵਰਗੇ ਵਿਚਾਰਕ ਜੇ ਸਾਹਮਣੇ ਆਉਣ, ਲੋਕਾਂ ਨੂੰ ਸਮਝਾਉਣ, ਤਾਂ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਕੱਲ ਫਿਰ ਦੁਬਾਰਾ ਇਸੇ ਪ੍ਰੋਗਰਾਮ ਦੇ ਤਹਿਤ ਤੀਜੀ ਲੜੀ ਦੇ ਵਿੱਚ ਆਪਾਂ ਸ਼ਾਮਲ ਹੋਵਾਂਗੇ। WhatsApp ਨੰਬਰ ਮੇਰਾ ਸਕਰੀਨ ਦੇ ਉੱਤੇ ਆ ਰਿਹਾ, ਤੇ ਦੋਸਤੋ ਆਪਣੇ ਵਿਚਾਰ ਜ਼ਰੂਰ ਭੇਜਿਓ, ਕਿਉਂਕਿ ਇਸ ਲੜੀ ਨੂੰ ਅੱਗੇ ਤੋਰਨ ਦੇ ਲਈ ਤੁਹਾਡੇ ਵਿਚਾਰਾਂ ਦੀ ਲੋੜ ਹੈ। ਜਦ ਤੱਕ ਤੁਸੀਂ ਵਿਚਾਰ ਨਹੀਂ ਦਿਓਗੇ ਤੇ ਮੇਰੇ ਵਰਗਾ ਅਗਿਆਨੀ ਵਿਅਕਤੀ ਅੱਗੇ ਗੱਲ ਵੀ ਕਰਨ ਦੇ ਸਮਰੱਥ ਨਹੀਂ ਹੋਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।